ਤੁਸੀਂ ਦੇਖੋ ਕਿੱਡਾ ਬੜਾ ਚੈਲੰਜ ਕੌਮ ਨੂੰ ਕਰਤਾ। ਜਿੱਥੋਂ ਸਾਡਾ ਜਨਮ ਹੋਇਆ ਖਾਲਸੇ ਦਾ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੌਮ ਦਾ ਜਨਮ ਕੀਤਾ, ਉਸ ਜਗ੍ਹਾ ਤੇ ਆ ਕੇ ਬੇਅਦਬੀ ਹੋ ਗਈ। ਜਿਹੜੇ ਨੌਜਵਾਨ ਦਿੱਲੀ ਦੇ ਸਾਹਮਣੇ ਹਿੱਕ ਢਾਹ ਕੇ ਖੜ ਗਏ, ਆ ਇੱਕ ਚੈਲੰਜ ਇਸੇ ਕਾਸਤੇ ਕਰਿਆ। ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ। ਜੇ ਆਪਾਂ ਹੁਣ ਨਾ ਖੜੇ ਪੰਜਾਬੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਹੁਣ ਨਾ ਖੜੇ, ਫਿਰ ਬਹੁਤ ਦੇਰ ਹੋ ਜੂਗੀ। ਦੇਖੋ ਜੋਪਾ ਲੱਗਣ ਨਾਲ ਕੁਝ ਨਹੀਂ ਹੋਣਾ। ਕੋਰਟ 'ਚ ਖੜਨੀ ਹੋਣੀ, ਫਤਿਹਗੜ੍ਹ ਸਾਹਿਬ ਹੋਈ ਸੀਗੀ ਬੇਅਦਬੀ, ਉੱਥੇ ਵੀ ਲੱਗੀ ਸੀ। ਇਸ ਬੇਅਦਬੀ ਵਾਸਤੇ ਉਰੇ ਕੱਲ ਤੋਂ ਮੋਰਚਾ ਸ਼ੁਰੂ ਕਰਾਂਗੇ, ਜਿਹੜਾ ਦਿੱਲੀ ਵਾਲੇ ਮੋਰਚੇ ਨੂੰ ਵੀ ਵੱਡਾ ਹੋਊਗਾ। ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ, ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ। ਜੇ ਮਾੜੀ ਮੋਟੀ ਵੀ ਉਹ ਹੁੰਦੀ, ਉਹ ਜਦੇ ਕਹਿੰਦੇ ਵੀ ਮੇਰੇ ਤਖਤ ਸਾਹਿਬਾਨ ਤੇ ਆਹ ਕੁਛ ਹੋ ਗਿਆ, ਮੈਂ ਅਸਤੀਫਾ ਦੇ ਦੇਵਾਂ। ਠੀਕ ਹੈ, ਅਸਤੀਫਾ ਦੇਣਾ ਫਰਜ਼ ਬਣਦਾ ਦੀ। ਉਹ ਹੁੰਦੀਆਂ ਨੇ ਜਥੇਦਾਰੀਆਂ। ਤੁਸੀਂ ਵੇਖ ਰਹੇ ਹੋ ਦਾ ਅਨਮਿਊਟ, ਮੈਂ ਰਣਦੀਪ ਸਿੰਘ। ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਸੰਗਤਾਂ ਦੇ ਮਨਾਂ ਦੇ ਵਿੱਚ ਰੋਸ ਹੈ। ਭਾਵਾਂ ਕਿ ਜਿਸ ਦੋਸ਼ੀ ਨੇ ਇੱਥੇ ਆ ਕੇ ਬੇਅਦਬੀ ਕੀਤੀ ਹੈ, ਉਸ ਦੇ ਉੱਪਰ ਜਵਾਬਾ ਲੱਗ ਚੁੱਕੀ ਹੈ। ਪੁਲਿਸ ਨੇ ਰਿਮਾਂਡ ਲਿਆ ਹੋਇਆ ਹੈ। ਜੋ ਵੀ ਹੋਏਗਾ ਉਹ ਸੰਗਤਾਂ ਦੇ ਸਾਹਮਣੇ ਆਏਗਾ। ਪਰ ਬਹੁਤ ਸਾਰੇ ਸਿੰਘ ਨੇ, ਬਹੁਤ ਸਾਰੀਆਂ ਸੰਗਤਾਂ ਨੇ, ਜਿਨ੍ਹਾਂ ਦਾ ਮਨ ਅਜੇ ਵੀ ਸ਼ਾਂਤ ਨਹੀਂ ਹੋਇਆ। ਸਾਡੇ ਨਾਲ ਪਲਵਿੰਦਰ ਸਿੰਘ ਤਲਵਾੜਾ ਮੌਜੂਦ ਨੇ, ਗੱਲਬਾਤ ਕਰਦੇ ਹਾਂ, ਜੋ ਲਗਾਤਾਰ ਅੱਜ ਸਵੇਰ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੌਜੂਦ ਨੇ। ਮੀਟਿੰਗਾਂ ਹੋ ਰਹੀਆਂ ਨੇ, ਅਗਲਾ ਕੀ ਪ੍ਰੋਗਰਾਮ ਹੋਏਗਾ, ਦੋਸ਼ੀ ਨੂੰ ਸਜ਼ਾ ਮਿਲੇਗੀ, ਕਿਵੇਂ ਮਿਲੇਗੀ, ਜੇਕਰ ਨਹੀਂ ਮਿਲਦੀ ਤਾਂ ਇਹਨਾਂ ਵੱਲੋਂ ਕਿਹੜੇ ਰੁੱਖ ਅਖਤਿਆਰ ਕੀਤੇ ਜਾਣਗੇ, ਗੱਲਬਾਤ ਕਰਦੇ ਹਾਂ। ਤਲਵਾੜਾ ਸਾਹਿਬ, ਇਹ ਜਿਹੜੀ ਬੇਅਦਬੀ ਹੋਈ ਹੈ, ਇਸ ਦਾ ਦੁੱਖ ਸਾਰਿਆਂ ਨੂੰ ਹੈ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਭਾਈਚਾਰੇ ਦੇ ਲੋਕ ਬੈਠੇ ਨੇ, ਹਰ ਮਨੁੱਖ ਦੇ ਹਿਰਦਾ ਬਲੂੰਦਰਿਆ ਗਿਆ ਹੈ। ਜ਼ਾਹਰ ਹੈ ਤੁਹਾਡੀਆਂ ਗੱਲਾਂ ਬਾਤਾਂ ਦੇ ਵਿੱਚੋਂ ਵੀ ਦੁੱਖ ਜਿਹੜਾ ਹੈ ਉਹ ਝਲਕਦਾ ਹੈ। ਜੋ ਮੈਂ ਸੁਣਿਆ ਹੈ ਇਸ ਪ੍ਰਦਰਸ਼ਨ ਦੇ ਦੌਰਾਨ, ਕਿੰਨੇ ਕੁ ਨੌਜਵਾਨ ਬੈਠੇ ਹੋਏ ਨੇ, ਕੀ ਮੰਗ ਹੈ? ਦੇਖੋ, ਬੇਅਦਬੀ ਦੀਆਂ ਘਟਨਾ ਤਾਂ ਬਹੁਤ ਸਮੇਂ ਤੋਂ ਹੋ ਰਹੀਆਂ ਸੀ। ਇਹ ਬੇਅਦਬੀ ਨਹੀਂ ਹੈ, ਇਹ ਤਾਂ ਯਾਰ ਪੂਰੀ ਕੌਮ ਨੂੰ, ਜਿੱਥੋਂ ਸਾਡੀ ਕੌਮ ਸਾਜੀ ਗਈ, ਜਿੱਥੋਂ ਖਾਲਸੇ ਦਾ ਜਨਮ ਹੋਇਆ, ਉੱਥੇ ਆ ਕੇ ਬੇਅਦਬੀ ਕਰ ਦੇਣਾ, ਇਹ ਤਾਂ ਪੂਰੀ ਕੌਮ ਨੂੰ ਚੈਲੰਜ ਹੈ। ਤੇ ਇਹਦੇ ਪਿੱਛੇ ਕਿੱਡੀਆਂ ਕੁ ਵੱਡੀਆਂ ਤਾਕਤਾਂ ਨੇ, ਇਹ ਦੇਖਣ ਦੀ ਲੋੜ ਹੈ। ਤੇ ਬੇਅਦਬੀਆਂ ਇਸ ਤੋਂ ਪਹਿਲਾਂ ਵੀ ਹੋਈਆਂ ਹੈ। ਕੋਟਕਪੂਰਾ ਗੋਲੀकांड ਹੋਇਆ, ਬਾਈਬਲ ਕਲਾ ਗੋਲੀकांड ਹੋਇਆ। ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ। ਲਗਾਤਾਰ ਸਿੱਟ ਤੇ ਸਿੱਟ ਬਣੀ ਜਾ ਰਹੀ ਹੈ। ਸਿੱਖ ਲਗਾਤਾਰ ਕਹਿ ਰਹੇ ਨੇ ਸਾਨੂੰ ਜਿਹੜਾ ਹੈ ਉਹ ਇਨਸਾਫ ਮਿਲਣਾ ਚਾਹੀਦਾ, ਨਹੀਂ ਮਿਲਿਆ। ਤੁਹਾਨੂੰ ਕੀ ਲੱਗਦਾ ਹੈ ਇਸ ਦੇ ਪਿੱਛੇ ਕਿਸ ਤਾਕਤ ਦਾ ਹੱਥ ਹੈ, ਜਿਵੇਂ ਤੁਸੀਂ ਕਹਿ ਰਹੇ ਹੋ? ਇਹਦੇ ਪਿੱਛੇ ਜੀ ਜਿਹੜੀ ਦਿੱਲੀ ਸਟੇਟ ਹੈ, ਉਹਦਾ ਹੀ ਹੱਥ ਹੈ। ਉਹੀ ਸਿੱਖ ਕੌਮ ਨੂੰ ਦਬਾਉਣਾ ਚਾਹੁੰਦੀ ਹੈ, ਸਿੱਖ ਕੌਮ ਨੂੰ ਘਸਿਆਰੇ ਬਣਾਉਣਾ ਚਾਹੁੰਦੀ ਹੈ। ਤੁਸੀਂ ਦੇਖੋ ਕਿੱਡਾ ਬੜਾ ਚੈਲੰਜ ਕੌਮ ਨੂੰ ਕਰਤਾ। ਜਿੱਥੋਂ ਸਾਡਾ ਜਨਮ ਹੋਇਆ ਖਾਲਸੇ ਦਾ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੌਮ ਦਾ ਜਨਮ ਕੀਤਾ, ਉਸ ਜਗ੍ਹਾ ਤੇ ਆ ਕੇ ਬੇਅਦਬੀ ਹੋ ਗਈ। ਤੇ ਸਾਡੀ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਐਡੀ ਵੱਡੀ ਸਾਡੀ ਟਾਸਕ ਫੋਰਸ, ਸਾਰਾ ਕੁਝ ਯਾਰ ਗਿਆ ਕਿੱਥੇ? ਜੇ ਸਾਡੇ ਅਜਿਹੇ ਅਸਥਾਨਾਂ ਤੇ ਜਿੱਥੋਂ ਸਾਡਾ ਜਨਮ ਹੋਇਆ, ਇਹਨੂੰ ਇਹ ਚੈਲੰਜ ਕਰਤਾ, ਫਿਰ ਕੌਮ ਅੱਜ ਖੜੀ ਕਿੱਥੇ ਹੈ? ਇੰਨੀਆਂ ਤਨਖਾਹਾਂ ਟਾਸਕ ਫੋਰਸ ਲੈਂਦੀ ਹੈ, ਇੰਨੇ ਉਰੇ ਨੌਕਰੀਆਂ ਕਰਦੇ ਨੇ, ਜਥੇਦਾਰ ਸਾਹਿਬਾਨ ਉਹ ਸਾਹਮਣੇ ਰਹਿੰਦੇ ਨੇ, ਤੇ ਇੱਥੇ ਆ ਕੇ ਤਖਤ ਸਾਹਿਬ ਦੇ ਉੱਤੇ ਬੇਅਦਬੀ ਨਹੀਂ ਹੋਈ। ਇਹ ਤਾਂ ਇੱਕ ਕੌਮ ਨੂੰ ਚੈਲੰਜ ਹੈ, ਔਰ ਇਹ ਚੈਲੰਜ ਕੌਮ ਨੇ ਪ੍ਰਵਾਨ ਕਰਨਾ ਹੀ ਕਰਨਾ, ਔਰ ਇਹ ਪ੍ਰਵਾਨ ਕਰਦੇ ਹੈ। ਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇਹਦੀ ਜਿੰਨੀ ਨਿੰਦਿਆ ਇਹਦੀ ਯਾਰ, ਨਿੰਦਿਆ ਕਰਨ ਨੂੰ ਤਾਂ ਰਿਹਾ ਹੀ ਕੁਛ ਨਹੀਂ। ਕੀ ਨਿੰਦਿਆ? ਜਿਹੜਾ ਦੋਸ਼ੀ ਹੈ ਉਸ ਦੀਆਂ ਤਾਰਾਂ ਸੌਦਾ ਸਾਧ ਦੇ ਨਾਲ ਜੁੜੀਆਂ ਜਾ ਕੇ, ਕਿ ਉਹਦਾ ਚੇਲਾ ਹੈ, ਉਸ ਦੀਆਂ ਜਿਹੜੀਆਂ ਤਸਵੀਰਾਂ ਨੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਮੀਡੀਆ ਦੇ ਵਿੱਚ ਵੀ। ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ? ਕਿਉਂਕਿ ਤੁਸੀਂ ਕਹਿ ਰਹੇ ਹੋ ਸਰਕਾਰ ਦੇ ਉੱਪਰ ਹੀ, ਤੁਸੀਂ ਕਹਿ ਰਹੇ ਹੋ ਕਿ ਸਰਕਾਰ ਹੀ ਸਾਰਾ ਕੁਝ ਕਰਾ ਰਹੀ ਹੈ। ਕੀ ਕਹਿਣਾ ਚਾਹੋਗੇ? ਜਿਹੜਾ ਸੌਦਾ ਸਾਧ ਆ ਉਹ ਤਾਂ ਮੋਹਰਾ ਬਣਾਇਆ ਹੋਇਆ, ਇੱਕ ਕਰਤਾ ਸਟੇਟ ਰਹੀ ਆ ਸਾਰਾ ਕੁਝ। ਦਿੱਲੀ ਸਟੇਟ ਹੀ ਪੰਜਾਬ ਦੇ ਮਗਰ ਪਈ ਹੋਈ ਹੈ। ਉਹੀ ਪੰਜਾਬ ਨੂੰ, ਸਿੱਖਾਂ ਨੂੰ ਦਬਾਉਣਾ ਚਾਹੁੰਦੀ ਹੈ, ਕਦੇ ਜ਼ਮੀਨਾਂ ਖੋਹਣਾ ਚਾਹੁੰਦੀ ਹੈ, ਕਦੇ ਕਾਲੇ ਕਾਨੂੰਨ ਲਿਆਉਣਾ ਚਾਹੁੰਦੀ ਹੈ। ਤੇ ਹੁਣ ਤਾਂ ਉਹ ਇਹ ਦੇਖਦੇ ਨੇ ਵੀ ਜਿਹੜੇ ਨੌਜਵਾਨ ਦਿੱਲੀ ਦੇ ਸਾਹਮਣੇ ਹਿੱਕ ਢਾਹ ਕੇ ਖੜ ਗਏ, ਆਹ ਇੱਕ ਚੈਲੰਜ ਇਸੇ ਕਾਸਤੇ ਕਰਿਆ ਕਿ ਅਸੀਂ ਚੈਲੰਜ ਕਰਦੇ ਹਾਂ ਤੁਹਾਨੂੰ, ਤੁਸੀਂ ਦਿੱਲੀ ਵਾਲੇ ਮੋਰਚੇ ਤੋਂ ਧਿਆਨ ਤੋੜ ਕੇ ਇੱਧਰ ਲਿਆਵੋ, ਕੋਈ ਨਾ ਕੋਈ ਗਲਤ ਸਟੈਪ ਨੌਜਵਾਨ ਚੱਕਣ ਤੇ ਫਿਰ ਇਹ ਇਹਨਾਂ ਦਾ ਸ਼ਿਕਾਰ ਖੇਡਣ। ਇਹਦੇ ਪਿੱਛੇ ਇਹ ਵੀ ਬਹੁਤ ਵੱਡੀ ਸਾਜ਼ਿਸ਼ ਹੈ ਏਜੰਸੀਆਂ ਦੀ ਵੀ। ਸੌਦਾ ਸਾਧ ਦਾ ਕੀ, ਉਹ ਤਾਂ ਇੱਕ ਮੋਹਰਾ ਅੰਦਰ ਬੈਠਾ,
ਉਰੇ ਸੌਦਾ ਸਾਧ ਵਾਲੇ ਕਿਤੇ ਦੇਖੇ ਨੇ ਰੜਕਦੇ ਨੇ, ਪਰ ਇਹੀ ਇਕਸਾ ਕੇ ਸਟੇਟ ਜਿਹੜਾ ਦਿੱਲੀ ਵਾਲਾ ਮੋਰਚਾ ਹੈ ਉਹਨੂੰ ਵੀ ਫੇਲ ਕਰਨਾ ਚਾਹੁੰਦੀ ਹੈ, ਕੌਮ ਨੂੰ ਵੀ ਚੈਲੰਜ ਕਰ ਰਹੀ ਹੈ। ਤੇ ਇਹ ਕੌਮ ਨੂੰ ਚੈਲੰਜ ਦਿੱਲੀ ਦਾ ਕਬੂਲਣਾ ਹੀ ਕਬੂਲਣਾ ਪੈਣਾ ਹੈ। ਔਰ ਹੁਣ ਜੇ ਪੰਜਾਬ ਆਪਣੀ ਆਖਰੀ ਲੜਾਈ ਲੜ ਰਿਹਾ ਹੈ, ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ, ਜੇ ਆਪਾਂ ਹੁਣ ਨਾ ਖੜੇ ਪੰਜਾਬੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਹੁਣ ਨਾ ਖੜੇ, ਫਿਰ ਬਹੁਤ ਦੇਰ ਹੋ ਜੂਗੀ। ਪਰ ਨੌਜਵਾਨ ਉੱਠ ਕੇ ਖੜਾ ਹੋਇਆ, ਇਹਨਾਂ ਗੱਲਾਂ ਤੋਂ ਧਿਆਨ ਭਟਕਾਉਣ ਵਾਸਤੇ ਹੀ, ਇਹਨਾਂ ਨੌਜਵਾਨਾਂ ਨੂੰ ਹਰਾਸਮੈਂਟ ਕਰਨ ਵਾਸਤੇ ਹੀ ਇਹ ਸਾਰਾ ਕੁਝ ਕਰ ਰਹੀ ਹੈ। ਦੋਸ਼ੀ ਦੇ ਉੱਪਰ ਜੁਆਪਾ ਧਾਰਾ ਜਿਹੜੀ ਉਹ ਲਗਾ ਦਿੱਤੀ ਗਈ ਹੈ, ਪੁਲਿਸ ਰਿਮਾਂਡ ਵੀ ਲੈ ਲਿਆ ਗਿਆ ਹੈ। ਅਗਲੇ ਦਿਨਾਂ ਦੇ ਵਿੱਚ ਤਸਵੀਰ ਸਾਹਮਣੇ ਆਏਗੀ। ਕੀ ਤੁਸੀਂ ਖੁਸ਼ ਹੋ ਜਿਹੜੀ ਇਹ ਧਾਰਾ ਲੱਗੀ ਹੈ? ਤੁਹਾਨੂੰ ਕੋਈ ਸੰਤੁਸ਼ਟੀ ਹੋਈ ਜਾਂ ਇਸ ਤੋਂ ਜ਼ਿਆਦਾ ਕਾਰਵਾਈ ਚਾਹੁੰਦੇ ਹੋ? ਦੇਖੋ, ਜੁਆਪਾ ਲੱਗਣ ਨਾਲ ਕੁਝ ਨਹੀਂ ਹੋਣਾ। ਕੋਰਟ 'ਚ ਖੜਨੀ ਹੋਣੀ, ਫਤਿਹਗੜ੍ਹ ਸਾਹਿਬ ਹੋਈ ਸੀਗੀ ਬੇਅਦਬੀ, ਉੱਥੇ ਵੀ ਲੱਗੀ ਸੀ। ਜਿਹੜੀ ਜੁਆਪਾ ਇਹ ਉੱਥੇ ਲੱਗਦੀ ਹੁੰਦੀ ਹੈ ਜਿੱਥੇ ਕੋਈ ਵਿਅਕਤੀ ਦੇਸ਼ ਦੀ ਏਕਤਾ ਔਰ ਅਖੰਡਤਾ ਨੂੰ ਤੋੜਦਾ ਔਰ ਉਹਦੇ ਸਬੂਤ ਹੋਣ। ਇਹ ਗ੍ਰਹਿ ਮੰਤਰਾਲਿਆਂ ਨੂੰ ਜਾਂਦੀ ਆ, ਉੱਥੋਂ ਲੱਗ ਕੇ ਆਉਂਦੀ ਆ, ਫੇਰ ਬੰਦੇ ਦੀ ਜ਼ਮਾਨਤ ਨਹੀਂ ਹੁੰਦੀ। ਇਹ ਤਾਂ ਪੁਲਿਸ ਨੇ ਲਾਤੀ, ਕੋਰਟ ਨੇ ਤੋੜ ਦੇਣੀ ਹੈ। ਇਹ ਨਹੀਂ ਚਾਹੀਦਾ। ਚਾਹੀਦਾ ਇਹ ਹੈ ਵੀ ਇਹ ਜਿਹੜਾ ਕਾਨੂੰਨ ਹੈ 295A ਦਾ, ਇਹਦੇ ਵਿੱਚ ਬਦਲਾਅ ਕੀਤਾ ਜਾਵੇ। ਇਹਦੇ ਵਿੱਚ ਇਹ ਲਿਖਿਆ ਜਾਵੇ, ਜਿਵੇਂ NDPS ਐਕਟ 'ਚ ਹੈ ਜਾਂ ਜਿਹੜਾ ਬਲਾਤਕਾਰ ਦਾ ਇਹਨਾਂ ਨੇ ਬਣਾਇਆ ਉਹਦੇ ਵਿੱਚ ਹੈ, ਵੀ ਉਹਨਾਂ ਦੀ ਜ਼ਮਾਨਤ ਨਾ ਹੋਵੇ, ਹਰ ਹਾਲਤ 'ਚ ਸਜ਼ਾ ਹੋਵੇ ਜਿਹੜਾ ਆ ਕੇ ਇਹਨੂੰ ਆਪਣਾ ਗੁਰੂ ਸਾਹਿਬਾਨ ਦੀ ਬੇਅਦਬੀ ਕਰਦਾ। ਮਤਲਬ ਹੁਣ ਜਿਹੜੀ ਜੁਆਪਾ ਲਗਾਏਗੀ, ਤੁਹਾਨੂੰ ਕੀ ਲੱਗਦਾ ਟਿਕੇਗੀ ਨਹੀਂ? ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹਟਾ ਦਿੱਤੀ ਜਾਏਗੀ? ਬਿਲਕੁਲ ਜੀ, ਇਹਨਾਂ ਨੇ ਹਟਾ ਦੇਣੀ ਹੈ। ਇਹ ਤਾਂ ਇੱਕ ਸੰਗਤ ਦੇ ਰੋਹ ਨੂੰ ਦੇਖ ਕੇ ਲਾ ਦਿੰਦੇ ਹੁੰਦੇ ਨੇ। ਜੁਆਪਾ ਬਣਨੀ ਉਹ ਨਹੀਂ ਹੈਗੀ, ਕੀ ਕਰਾਂਗੇ ਲਵਾ ਕੇ? ਇਹਦੇ ਸੰਗਤ ਦੇ ਰੋਹ ਤੋਂ ਡਰਦੇ ਲਾ ਦਿੰਦੇ ਨੇ। ਕੋਰਟ 'ਚ ਨਹੀਂ ਖੜਦੀਆਂ ਇਹ ਗੱਲਾਂ, ਕੀ ਕਰਾਂਗੇ? ਮਤਲਬ ਕਿ ਪੁਲਿਸ ਜਿਹੜੀ ਹੈ ਉਹ ਜਿਹੜੇ ਸਬੂਤ ਨੇ, ਪ੍ਰੂਫ ਨੇ, ਉਹ ਪੇਸ਼ ਨਹੀਂ ਕਰ ਪਾਏਗੀ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜਾਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਸਬੂਤ ਜੁਆਪਾ ਉੱਥੇ ਲੱਗਦੀ ਹੈ ਜਿੱਥੇ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਹੈ। ਉੱਥੇ ਪੁਲਿਸ ਕੀ ਸਬੂਤ ਪੇਸ਼ ਕਰੂਗੀ ਜੱਜ ਦੇ ਕੋਲ? ਹੁਣ ਬਹੁਤ ਸਾਰੇ ਨੌਜਵਾਨ ਨੇ, ਮੈਂ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰ ਇਹ ਤਸਵੀਰ ਵੀ ਦਿਖਾ ਦਿਓ, ਜਿੰਨੇ ਨੌਜਵਾਨ ਇੱਥੇ ਖੜੇ ਹੋਏ ਨੇ ਤਖਤ ਸਾਹਿਬ ਤੇ। ਨਾਲ ਅਸੀਂ ਗੱਲਬਾਤ ਕਰਦੇ ਹਾਂ। ਹੁਣ ਕੀ ਪ੍ਰੋਗਰਾਮ ਹੈ ਅਗਲਾ ਉਲੀਕਿਆ ਗਿਆ? ਮੈਂ ਸਿੰਘ ਸਾਹਿਬ ਨਾਲ ਵੀ ਗੱਲਬਾਤ ਕਰਕੇ ਆਇਆ, ਉਹ ਕਹਿੰਦੇ ਵੀ ਨੌਜਵਾਨਾਂ ਦੇ ਵਿੱਚ ਬੈਠ ਕੇ ਗੱਲਬਾਤ ਕਰਕੇ ਆਏ ਆ। ਕੀ ਤੁਹਾਡਾ ਹੁਣ ਅਗਲਾ ਕੀ ਪ੍ਰੋਗਰਾਮ ਹੈ? ਅਗਲਾ ਪ੍ਰੋਗਰਾਮ ਇਹ ਹੈ ਜੀ, ਕੱਲ੍ਹ ਨੂੰ 10 ਵਜੇ ਉਰੇ ਜਿੰਨੇ ਕੁ ਅੱਜ ਨੌਜਵਾਨ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਜਿੰਨੇ ਕੁ ਅੱਜ ਨੇ, ਕੱਲ੍ਹ ਨੂੰ 10 ਵਜੇ ਉਰੇ ਫੇਰ ਇਕੱਠੇ ਹੋਵਾਂਗੇ। 10 ਵਜੇ ਤੋਂ ਬਾਅਦ ਫੇਰ ਇਸ ਚੈਲੰਜ ਵਾਸਤੇ, ਇਸ ਬੇਅਦਬੀ ਵਾਸਤੇ ਉਰੇ ਕੱਲ੍ਹ ਤੋਂ ਮੋਰਚਾ ਸ਼ੁਰੂ ਕਰਾਂਗੇ, ਜਿਹੜਾ ਦਿੱਲੀ ਵਾਲੇ ਮੋਰਚੇ ਨੂੰ ਵੀ ਵੱਡਾ ਹੋਊਗਾ। ਔਰ ਇਹ ਪੂਰੀ ਸਿੱਖ ਕੌਮ ਦਾ, ਨੌਜਵਾਨਾਂ ਦਾ ਇਹ ਮੋਰਚਾ ਹੋਊਗਾ, ਅਸੀਂ ਉਰੇ ਲਾਵਾਂਗੇ। ਤੇ ਉਸ ਤੋਂ ਬਾਅਦ ਅੱਗੇ ਗੁਰੂ ਸਾਹਿਬਾਨ ਜਿਵੇਂ ਉਹਨਾਂ ਨੇ ਵਰਤਾਰਾ ਵਰਤਾਉਣਾ ਹੋਊਗਾ, ਜਿਵੇਂ ਉਹਨਾਂ ਨੇ ਸੇਵਾ ਲੈਣੀ ਹੋਊ ਕੌਮ ਤੋਂ, ਕੌਮ ਉਸ ਤਰ੍ਹਾਂ ਤਿਆਰ ਹੈ। ਕਿਉਂਕਿ ਇਦੋਂ ਵੱਡਾ ਚੈਲੰਜ ਅੱਜ ਤੱਕ ਹੋਇਆ ਹੀ ਨਹੀਂ। ਤੁਸੀਂ ਮੋਰਚੇ ਦੀ ਗੱਲ ਕਰ ਰਹੇ ਹੋ, ਠੀਕ ਹੈ, ਇਨਸਾਫ ਮਿਲਣਾ ਚਾਹੀਦਾ। ਹਰ ਸਿੱਖ ਦਾ ਹਿਰਦਾ ਬਲੁੰਦਰਿਆ ਗਿਆ ਇਸ ਘਟਨਾ ਤੋਂ ਬਾਅਦ। ਅਸੀਂ ਵੀ ਚਾਹੁੰਦੇ ਹਾਂ ਕਿ ਇਨਸਾਫ ਮਿਲਣਾ ਚਾਹੀਦਾ ਹੈ। ਜਿਸ ਨੇ ਘਟਨਾ ਕੀਤੀ ਹੈ ਉਸ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ। ਪਰ ਤੁਸੀਂ ਜਿਹੜਾ ਮੋਰਚਾ ਲਗਾ ਰਹੇ ਹੋ, ਇਸ ਦਾ ਆਗੂ ਕੌਣ ਹੋਏਗਾ? ਕਿਹੜੀਆਂ ਜਥੇਬੰਦੀਆਂ ਤੁਹਾਡਾ ਸਾਥ ਦੇ ਰਹੀਆਂ ਨੇ? ਕਿੰਨਾ ਨਾਲ ਤੁਹਾਡੀ ਗੱਲਬਾਤ ਹੋਈ? ਦੇਖੋ, ਜਿਹੜੇ ਮੋਰਚੇ ਲੱਗਦੇ ਨੇ ਜਥੇਬੰਦੀਆਂ ਨੇ ਨਹੀਂ ਲਾਉਣੇ ਹੁੰਦੇ, ਇਹ ਤਾਂ ਕੌਮ ਲਾਊਗੀ। ਪੂਰੀ ਸਿੱਖ ਕੌਮ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਖਤ ਸਾਹਿਬਾਨ ਸਾਰੀ ਕੌਮ ਦੇ ਨੇ। ਤੇ ਆਪਾਂ ਕਿਸੇ ਨੂੰ ਅੱਗੇ ਲੱਗਣਾ ਪੈਂਦਾ ਹੈ, ਕੋਈ ਪ੍ਰੇਰਣਾ ਕਰਦਾ ਹੈ ਵੀ ਆਪਾਂ ਨੂੰ ਇਹ ਕਰਨਾ ਚਾਹੀਦਾ। ਦੇਖੋ, ਜਦ ਉਰੇ ਸੰਗਤ ਇਕੱਠੀ ਹੋਊਗੀ, ਉਹ 5 ਜਾਂ 11 ਬੰਦੇ ਚੁਣ ਲੈਣਗੇ ਜਿਹੜਾ ਆਰਗੇਨਾਈਜ਼ ਕਰਨਗੇ ਮੋਰਚੇ ਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਕਰਨਾ ਤਾਂ ਸੰਗਤ ਨੇ ਹੁੰਦਾ, ਗੁਰੂ ਸਾਹਿਬਾਨ ਨੇ ਆਪ ਸੇਵਾ ਲੈਣੀ ਹੁੰਦੀ ਹੈ। ਹੁਣ ਤੱਕ ਕਿਹੜੇ ਲੋਕ ਆਏ ਨੇ ਇੱਥੇ? ਜਿਵੇਂ ਨਿਹੰਗ ਜਥੇਬੰਦੀਆਂ ਮੈਂ ਦੇਖ ਰਹੀਆਂ ਨੇ, ਕਿਹੜੇ ਜਥੇਬੰਦੀਆਂ ਇਹ ਜਿਹੜੇ ਲੋਕ ਆਏ ਨੇ ਉਹਨਾਂ ਬਾਰੇ ਥੋੜਾ ਦੱਸੋ। ਦੇਖੋ, ਆਮ ਸੰਗਤ ਹੈ ਹਲੇ। ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਛੋਟੀਆਂ ਸੰਪਰਦਾਵਾਂ ਨੇ, ਛੋਟੀਆਂ ਜਥੇਬੰਦੀਆਂ ਨੇ, ਅਸੀਂ ਸਾਰੀਆਂ ਨੂੰ ਇਹ ਕਹਾਂਗੇ ਕੱਲ੍ਹ ਤੋਂ ਬਾਅਦ, ਕੱਲ੍ਹ ਨੂੰ 10 ਵਜੇ ਉਰੇ ਮੀਟਿੰਗ ਕਰਾਂਗੇ। ਮੀਟਿੰਗ ਤੋਂ ਬਾਅਦ ਸਾਰੀਆਂ ਸੰਪਰਦਾਵਾਂ, ਟਕਸਾਲਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਕੱਲ੍ਹ ਨੂੰ ਉਹ ਦੱਸਾਂਗੇ ਸਾਰਾ। ਹਾਲੇ ਕਈ ਗੱਲਾਂ ਐਸੀਆਂ ਨੇ ਹਲੇ ਆਪਾਂ ਨਹੀਂ ਦੱਸ ਸਕਦੇ। ਜਿਹੜੀ ਸ਼੍ਰੋਮਣੀ ਕਮੇਟੀ ਕਾਰਵਾਈ ਕਰ ਰਹੀ ਹੈ ਉਸ ਤੋਂ ਸੰਤੁਸ਼ਟ ਹੋ ਤੁਸੀਂ? ਇੱਥੇ ਤੱਕ ਤਾਂ ਸ਼੍ਰੋਮਣੀ ਕਮੇਟੀ ਨਹੀਂ ਪਹੁੰਚਾਤਾ ਆਪਾਂ ਨੂੰ। ਜੇ ਆ ਸਾਰਾ ਕੁਝ ਹੋ ਰਿਹਾ ਉਹਦੇ ਨਾਲ ਮਿਲ ਕੇ ਕਿਵੇਂ ਲੱਗ ਸਕਦਾ ਜੀ? ਉਹ ਲੱਗਣ ਦੇਣਗੇ ਮੋਰਚਾ? ਉਹ ਨਹੀਂ ਲੱਗਣ ਦਿੰਦੇ, ਨਾ ਉਹ ਇਹ ਚਾਹੁੰਦੇ ਨੇ। ਉਹ ਤਾਂ ਕਹਿੰਦੇ ਨੇ ਬਸ ਹੋ ਗਿਆ ਕੰਮ, ਬਸ ਆਰਾਮ ਨਾਲ ਬੈਠੋ, ਤਨਖਾਹਾਂ ਲਓ। ਵਰਸ਼ਿਆਂ ਵਾਲੇ 2 ਵੱਧ ਖੜਾਤੇ। ਕੋਈ ਤੁਹਾਡੇ ਵਰਗਾ ਸਿੰਘ ਨਾ ਲੈਨ ਤੋੜ ਕੇ ਦੇਗ ਲੈਣ ਚਲੇ ਜਾਵੇ, ਉਹਦੀ ਬੱਖੀ 'ਚ ਮਾਰਦੇ ਨੇ। ਤੇ ਆ ਐਡਾ ਬੜਾ ਉਹ ਹੋ ਗਿਆ, ਵਰਸ਼ਿਆਂ ਕਿਰਪਾਨਾਂ ਨੂੰ ਕਿਤੇ ਹੱਥ ਵੀ ਨਹੀਂ ਲਾਇਆ। ਉਹ ਬੀਬੀ ਨੇ ਦੱਸਿਆ, ਔਰ ਸਿੰਘਾਂ ਨੇ ਇੱਕ ਬੀਬੀ ਨੇ ਫੜਿਆ। ਉਹ ਦੇਖੋ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਹ ਬਿਆਨ ਆਇਆ ਹੈ ਕਿ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਬਿਆਨ ਤਾਂ ਉਹ ਵੀ ਦੇ ਰਹੇ ਨੇ, ਪਰ ਸਜ਼ਾਵਾਂ ਮਿਲ ਨਹੀਂ ਰਹੀਆਂ। ਪਿਛਲੇ ਸਮੇਂ ਤੋਂ ਕਿੰਨੀਆਂ ਬੇਅਦਬੀਆਂ ਹੋ ਗਈਆਂ। ਜਥੇਦਾਰ ਸਾਹਿਬਾਨ ਦੇ ਬਿਆਨ ਨੂੰ ਕੀ ਕਹੀਏ ਜੀ? ਉਹ ਜਿਹਨੂੰ ਲਾਉਂਦੇ ਨੇ ਉਹਦੇ ਕੋਲ ਕੋਈ ਅਧਿਕਾਰ ਹੀ ਹੈ ਨਹੀਂ ਜਥੇਦਾਰ ਸਾਹਿਬਾਨ ਕੋ। ਜੇ ਜਥੇਦਾਰ ਸਾਹਿਬਾਨ ਕੋ ਅਧਿਕਾਰ ਹੁੰਦਾ ਤਾਂ ਆ ਕੰਮ ਹੁੰਦਾ ਹੀ ਕਾਹਨੂੰ? ਜਥੇਦਾਰ ਸਾਹਿਬਾਨ ਦਾ ਸਾਡਿਆਂ ਦਾ ਡਰੇ ਨਹੀਂ ਹੈ।
ਪਹਿਲਾਂ ਪੁਰਾਤਨ ਸਮੇਂ 'ਚ ਦੇਖੋ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਸਾਡੇ ਤਖਤ ਸਾਹਿਬਾਨ ਦੇ ਜਥੇਦਾਰਾਂ ਦੇ ਕਿਲੋਮੀਟਰ ਨੇੜੇ ਨਹੀਂ ਸੀ ਕੋਈ ਲੰਘਦਾ ਹੁੰਦਾ। ਐਡਾ ਤਪ ਤੇਜ ਹੁੰਦਾ ਸੀ, ਇੰਨੀ ਬਾਣੀ ਪੜ੍ਹਦੇ ਹੁੰਦੇ ਸੀ, ਇੰਨਾ ਗੁਰੂ ਮਹਾਰਾਜ ਨੂੰ ਉਹਨਾਂ ਦੇ ਅੰਗ ਸੰਗ ਸਹਾਈ ਹੁੰਦੇ ਸੀ। ਤੇ ਹੁਣ ਵਾਲੇ ਜਥੇਦਾਰ ਸਾਹਿਬਾਨ ਨੂੰ ਆਪਾਂ ਕੀ ਕਹਿ ਸਕਦੇ ਹਾਂ ਜੀ? ਉਹ ਆਪਾਂ ਇਹਨਾਂ ਸੰਸਥਾਵਾਂ ਨੂੰ ਥੋੜ੍ਹਾ ਚੈਲੰਜ ਕਰ ਸਕਦੇ ਹਾਂ, ਪਰ ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਨੇ, ਕਿ ਜ਼ਿੰਮੇਵਾਰੀ ਆਪਣੀ ਨਿਭਾ ਨਹੀਂ ਰਹੇ ਔਰ ਇਹ ਸਾਰਾ ਕੁਝ ਕੌਮ ਨੂੰ ਕਹਿ ਰਹੇ ਹੋ ਕਿ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਤੁਹਾਡੀਆਂ ਗੱਲਾਂ ਦੇ ਵਿੱਚੋਂ ਸਾਫ਼ ਰੋਸ ਜ਼ਾਹਰ ਹੋ ਰਿਹਾ। ਸਮੇਂ-ਸਮੇਂ ਤੇ ਸਿੱਖ ਸੰਗਤਾਂ ਸ਼੍ਰੋਮਣੀ ਕਮੇਟੀ ਤੇ ਸਵਾਲ ਚੱਕਦੀਆਂ ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਵੀ ਸਵਾਲ ਚੱਕੇ ਜਾਂਦੇ ਨੇ। ਇੱਥੇ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਕਿਹੋ ਜਿਹੀ ਜ਼ਿੰਮੇਵਾਰੀ ਸਾਡੀਆਂ ਸਿੱਖ ਸੰਸਥਾਵਾਂ ਨੂੰ ਨਿਭਾਉਣੀ ਚਾਹੀਦੀ ਆ, ਚਾਹੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਜਾਂ ਸ਼੍ਰੋਮਣੀ ਕਮੇਟੀ ਹੋਵੇ? ਬਹੁਤ ਸਾਰੇ ਸਿੱਖ ਇੱਥੇ ਖੜੇ ਨੇ, ਬਹੁਤ ਸਾਰੀ ਸੰਗਤ ਹੈ ਤੁਹਾਡੇ ਨਾਲ। ਕਿਹੋ ਜਿਹੀ ਜ਼ਿੰਮੇਵਾਰੀ ਚਾਹੁੰਦੇ ਹੋ ਕਿ ਸਾਡੀਆਂ ਸੰਸਥਾਵਾਂ ਨੂੰ ਨਿਭਾਉਣੀ ਚਾਹੀਦੀ ਹੈ ਇਸ ਮੌਕੇ? ਦੇਖੋ, ਜੇ ਐਡੀ ਬੜੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਆਪਣੇ ਜਥੇਦਾਰ ਸਾਹਿਬਾਨ ਜਿਹੜੇ 5 ਤਖਤਾਂ ਦੇ ਨਿਯੁਕਤ ਕੀਤੇ ਹੋਏ ਨੇ, ਐਡੀ ਵੱਡੀ ਟਾਸਕ ਫੋਰਸ ਰੱਖੀ ਹੋਈ ਹੈ, ਜੇ ਆਪਾਂ ਤਖਤ ਸਾਹਿਬਾਨ ਦੀ ਉਹ ਰਾਖੀ ਨਹੀਂ ਕਰ ਸਕਦੇ ਫਿਰ ਆਪਾਂ ਨੂੰ ਫਾਇਦਾ ਕੀ ਹੈ? ਫਿਰ ਕਾਹਦੀ ਜ਼ਿੰਮੇਵਾਰੀ? ਇਹਦਾ ਮਤਲਬ ਤਾਂ ਕੋਈ ਜ਼ਿੰਮੇਵਾਰੀ ਨਿਭਾਏ ਨਹੀਂ ਰਹੇ। ਅਸੀਂ ਤਾਂ ਹੱਥ ਬੰਨ੍ਹ ਕੇ ਫੇਰ ਵੀ ਬੇਨਤੀ ਕਰਦੇ ਹਾਂ ਕਿ ਜ਼ਿੰਮੇਵਾਰੀ ਸਮਝੋ, ਜ਼ਿੰਮੇਵਾਰੀ ਨਿਭਾਓ। ਇਹ ਜੀ ਦੁਬਾਰਾ ਇਹ ਲਿਖ ਕੇ ਦੇਣ ਕੌਮ ਨੂੰ, ਇਹ ਕਹਿਣ ਵੀ ਅੱਜ ਤੋਂ ਬਾਅਦ ਨਹੀਂ ਕਦੇ ਹੋਊਗਾ। ਕਿੰਨੀਆਂ ਬੇਅਦਬੀਆਂ ਹੋ ਗਈਆਂ, ਕਿੰਨੀਆਂ ਸਿੱਟਾਂ ਬਣ ਲਈਆਂ, ਕਿੰਨੀਆਂ ਇਨਕੁਆਇਰੀਆਂ ਹੋ ਗਈਆਂ, ਆਊਟਪੁੱਟ ਕੀ ਨਿਕਲੀ ਅੱਜ ਤੱਕ? ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਜਦ ਵੀ ਸਾਰਾ ਕੁਝ ਹੋਇਆ, ਜਦ ਵੀ ਕੋਈ ਆਊਟਪੁੱਟ ਨਹੀਂ ਨਿਕਲੀ। ਉਸ ਵੇਲੇ ਤਾਂ ਇਹ ਸਾਰਾ ਕੁਝ ਕਰ ਸਕਦੇ ਸੀ, ਸਰਕਾਰ ਕੀ ਨਹੀਂ ਕਰ ਸਕਦੀ? ਸਰਕਾਰ ਸਾਰਾ ਕੁਝ ਕਰ ਸਕਦੀ ਸੀ, ਪਰ ਇਹਨਾਂ ਨੇ ਕੀਤਾ ਨਹੀਂ, ਤਾਂ ਹੀ ਅੱਜ ਭੁਗਤ ਵੀ ਰਹੇ ਨੇ। ਮੈਂ ਇੱਥੇ ਜਿਹੜੀ ਸੰਗਤ ਇਕੱਠੀ ਹੋਈ ਸੀ, ਮੈਂ ਸੁਣ ਰਿਹਾ ਸਾਂ ਕਿ ਵੱਖ-ਵੱਖ ਆਗੂਆਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਜਰਾ ਕੈਮਰੇ ਤੇ ਦੱਸੋ ਕਿਸ ਆਗੂ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ ਜਿੰਨੀਆਂ ਇੱਥੇ ਸੰਗਤਾਂ ਇਕੱਠੀਆਂ ਹੋਈਆਂ ਸਨ? ਦੇਖੋ, ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ। ਜਦੋਂ ਉਰੇ ਰਹਿائش ਹੈ ਉਹਨਾਂ ਦੀ, ਦੇਖੋ ਤੁਸੀਂ ਸਾਹਮਣੇ ਦੇਖੋ, ਕੈਮਰਾ ਮਾਰੋ ਜੀ, ਉਹ ਸਾਹਮਣੇ, ਤੇ ਉਹ ਜਥੇਦਾਰ ਸਾਹਿਬਾਨ ਆਪ ਦੀ ਰਾਖੀ ਤਾਂ ਪੁਲਿਸ ਤੋਂ ਕਰਵਾ ਰਹੇ ਨੇ, ਪੁਲਿਸ ਤੋਂ ਕਰਾ ਰਹੇ ਨੇ, ਗਨਮੈਨਾਂ ਤੋਂ ਕਰਵਾ ਰਹੇ ਨੇ ਜਥੇਦਾਰ ਸਾਹਿਬਾਨ। ਫਿਰ ਗੁਰੂ ਸਾਹਿਬਾਨ ਦੀ ਰਾਖੀ ਕੌਣ ਕਰੂਗਾ? ਜੇ ਜਥੇਦਾਰ ਸਾਹਿਬਾਨਾਂ ਦੀ ਰਾਖੀ ਪੁਲਿਸ ਕਰ ਰਹੀ ਹੈ, ਰਫਲਾਂ ਵਾਲੇ ਕਰ ਰਹੇ ਨੇ, ਫਿਰ ਗੁਰੂ ਸਾਹਿਬਾਨ ਦੀ ਰਾਖੀ ਕੌਣ ਕਰੂ? ਉਹਨਾਂ ਨੇ ਕਰਨੀ ਹੈ ਗੁਰੂ ਸਾਹਿਬਾਨ ਦੀ ਰਾਖੀ। ਤਖਤ ਸਾਹਿਬਾਨ ਦੇ ਜਥੇਦਾਰਾਂ ਨੇ ਉਹ ਆਪ ਦੀ ਰਾਖੀ ਵਾਸਤੇ ਉਹ ਸਾਹਮਣੇ ਦੇਖ ਲਓ ਪੁਲਿਸ ਵਾਲੇ ਲਾਏ ਹੋਏ ਨੇ। ਤੁਸੀਂ ਗੱਲਬਾਤ ਕੀਤੀ ਹੈ ਸਿੰਘ ਸਾਹਿਬ ਦੇ ਨਾਲ, ਜਥੇਦਾਰ ਦੇ ਨਾਲ, ਜੋ ਗਿਆਨੀ ਰਘੁਬੀਰ ਸਿੰਘ ਹੋਣੀ ਨੇ? ਉਹ ਤਾਂ ਕਹਿ ਰਹੇ ਸੀ ਕਿ ਤੁਹਾਡੇ ਵਿੱਚ ਬਹਿ ਕੇ ਗੱਲਬਾਤ ਕਰਕੇ ਗਏ ਨੇ। ਨਹੀਂ, ਮੈਂ ਉਸ ਵੇਲੇ ਸ਼ਾਇਦ ਉਰੇ ਨਾ ਹੋਵਾਂ ਜੀ, ਮੈਨੂੰ ਤਾਂ ਮਿਲੇ ਨਹੀਂ ਸਿੰਘ ਸਾਹਿਬ, ਤੇ ਮੈਂ ਮਿਲੂੰਗਾ ਜ਼ਰੂਰ ਉਹਨਾਂ ਨੂੰ, ਤੇ ਮਿਲਣਾ ਵੀ ਅਸੀਂ ਸਾਡਾ ਫਰਜ਼ ਬਣਦਾ। ਜਥੇਦਾਰ ਸਾਹਿਬਾਨ ਨੇ ਤੇ ਇਹ ਜ਼ਿੰਮੇਵਾਰੀ ਉਹਨਾਂ ਦੀ ਹੈ। ਜੇ ਮਾੜੀ ਮੋਟੀ ਵੀ ਉਹ ਹੁੰਦੀ, ਉਹ ਜਦੇ ਕਹਿੰਦੇ ਵੀ ਮੇਰੇ ਤਖਤ ਸਾਹਿਬਾਨ ਤੇ ਆਹ ਕੁਛ ਹੋ ਗਿਆ, ਮੈਂ ਅਸਤੀਫਾ ਦੇ ਦੇਵਾਂ, ਠੀਕ ਹੈ, ਅਸਤੀਫਾ ਦੇਣਾ ਫਰਜ਼ ਬਣਦਾ ਦੀ। ਉਹ ਹੁੰਦੀਆਂ ਨੇ ਜਥੇਦਾਰੀਆਂ। ਉਹ ਕਹਿੰਦੇ ਨੇ ਜੇਕਰ ਅਸਤੀਫਾ ਦੇਣ ਦੇ ਨਾਲ ਮਸਲੇ ਹੱਲ ਹੁੰਦੇ ਨੇ ਤੇ ਅਸਤੀਫਾ ਉਹ ਦੇ ਦੇਣਗੇ, ਕੋਈ ਬਹੁਤੀ ਵੱਡੀ ਗੱਲ ਨਹੀਂ। ਤੁਹਾਨੂੰ ਕੀ ਲੱਗਦਾ ਹੈ ਜੇਕਰ ਸਿੰਘ ਸਾਹਿਬ ਆਪਣਾ ਅਸਤੀਫਾ ਦੇ ਦਿੰਦੇ ਨੇ, ਚਾਹੇ ਬੀਬੀ ਜਗੀਰ ਕੌਰ ਦੇ ਅਸਤੀਫੇ ਦੀ ਵੀ ਸੰਗਤਾਂ ਮੰਗ ਕਰ ਰਹੀਆਂ ਨੇ, ਜੇਕਰ ਉਹ ਦੇ ਵੀ ਦਿੰਦੇ ਨੇ ਅਸਤੀਫਾ, ਕੀ ਬੇਅਦਬੀਆਂ ਦਾ ਜਿਹੜਾ ਇਹ ਸਿਲਸਿਲਾ ਰੁਕ ਜਾਏਗਾ? ਕਿਹੜਾ ਤਰੀਕਾ ਅਪਣਾਉਣਾ ਚਾਹੀਦਾ ਹੈ ਕਿ ਮਸਲਾ ਤਾਂ ਬੇਅਦਬੀਆਂ ਨੂੰ ਰੋਕਣ ਦਾ ਹੈ, ਅਸਤੀਫਾ ਦੇਣ ਦੇ ਨਾਲ ਮਸਲਾ ਰੁਕ ਜਾਏਗਾ? ਕੌਮ ਦੇ ਸਰਬ ਪ੍ਰਵਾਨਿਤ ਜਥੇਦਾਰ ਇੱਥੇ ਲੱਗਣ, ਜਿਹੜੇ ਤਨਖਾਹ ਨਾ ਲੈਣ, ਠੀਕ ਹੈ ਜੀ, ਲਿਫਾਫਿਆਂ ਚੋਂ ਨਿਕਲ ਕੇ ਜਥੇਦਾਰ ਨਾ ਲੱਗਣ, ਕੌਮ ਆਪ ਰਾਖੀ ਕਰੇ ਬਗੈਰ ਤਨਖਾਹ ਤੋਂ। ਕੌਮ ਕਰਨ ਦੀ ਸਮਰੱਥਾ ਰੱਖਦੀ ਹੈ, ਠੀਕ ਹੈ ਜੀ, ਇੰਨੇ ਕੁ ਜੋਗੀ ਕੌਮ ਹੈਗੀ ਹੈ। ਦਿੱਲੀ ਤਖਤ ਨੇ ਦੇਖ ਵੀ ਲਿਆ, ਆ ਕਾਲੇ ਕਾਨੂੰਨਾਂ 'ਚ ਦਿੱਲੀ ਤਖਤ ਨੇ ਦੇਖ ਲਿਆ ਕਿ ਕੌਮ ਕੀ ਕਰ ਸਕਦੀ ਹੈ, ਕੌਮ ਸਾਰਾ ਕੁਝ ਕਰ ਸਕਦੀ ਹੈ। ਪਰ ਇਹਨਾਂ ਨੇ ਦੇਣੇ ਹੀ ਨਹੀਂ ਅਸਤੀਫੇ। ਜੇ ਅਸਤੀਫਾ ਇਹ ਦੇ ਦੇਣਗੇ, ਇਹੋ ਜਿਹੇ ਹੀ ਹੋਰ ਲਾ ਦੇਣਗੇ ਕੋਈ। ਸ਼੍ਰੋਮਣੀ ਕਮੇਟੀ ਨਹੀਂ ਲਾਉਣੇ ਨੇ ਨਾ। ਸਰਬ ਪ੍ਰਵਾਨਿਤ ਕੌਮ ਦਾ ਜਥੇਦਾਰ ਸਰਬੱਤ ਖਾਲਸਾ ਸੱਦ ਕੇ, ਠੀਕ ਹੈ, ਜਾਂ ਜਿਹੜੇ ਸਰਬੱਤ ਖਾਲਸੇ ਨੇ ਉਹ ਲਾਏ ਨੇ ਉਹਨਾਂ ਦੇ ਹਵਾਲੇ ਕਰਨ, ਫਿਰ ਦੇਖੋ ਕਿਵੇਂ ਬੇਅਦਬੀਆਂ ਰੁਕਦੀਆਂ ਨੇ। ਇੱਕਣ ਰੁਕਣੀਆਂ ਨੇ, ਕੌਮ ਨੂੰ ਹੀ ਉੱਠ ਕੇ ਖੜਾ ਹੋਣਾ ਪੈਣਾ। ਆਪਾਂ ਹੋਰ ਕਿਸੇ ਤੇ ਕੋਈ ਆਸ ਰੱਖ ਨਹੀਂ ਸਕਦੇ। ਇਹ ਸਨ ਪਲਵਿੰਦਰ ਸਿੰਘ ਤਲਵਾੜਾ, ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਇਕੱਠ ਦੇ ਵਿੱਚ ਮੌਜੂਦ ਨੇ। ਇਹਨਾਂ ਦਾ ਕਹਿਣਾ ਹੈ ਕਿ ਜੇਕਰ ਬੇਅਦਬੀ ਮਾਮਲੇ ਤੇ ਇਨਸਾਫ ਨਹੀਂ ਮਿਲਦਾ ਤਾਂ ਇਹ ਲਗਾਤਾਰ ਇੱਥੇ ਰੋਸ ਮਾਰਚ ਕਰਨਗੇ। ਇਹਨਾਂ ਦੇ ਵੱਲੋਂ ਜਿਹੜਾ ਹੈ ਉਹ ਮੋਰਚਾ ਲਗਾਇਆ ਜਾਏਗਾ ਪੱਕੇ ਤੌਰ ਤੇ, ਤਾਂ ਕਿ ਬੇਅਦਬੀਆਂ ਦਾ ਜਿਹੜਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ। ਕੈਮਰਾਮੈਨ ਗੁਰਦੇਵ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ।